ਹੈਲੋ ਐਵਰੀਵਨ। ਅੱਜ ਅਸੀਂ ਕਰਨ ਜਾ ਰਹੇ ਹਾਂ ਨਿਊਟਨ ਫਾਰਵਰਡ ਡਿਫਰੈਂਸ ਫਾਰਮੂਲਾ। ਨਿਊਟਨ ਫਾਰਵਰਡ ਡਿਫਰੈਂਸ ਫਾਰਮੂਲਾ ਇੰਟਰਪੋਲੇਸ਼ਨ ਦੇ ਵਿੱਚ ਯੂਜ਼ ਹੁੰਦਾ। ਇੰਟਰਪੋਲੇਸ਼ਨ ਕੀ ਹੁੰਦੀ ਹੈ? ਜਦੋਂ ਸਾਨੂੰ ਕੁਛ ਡਾਟਾ ਗਿਵਨ ਹੁੰਦਾ, ਕੋਈ ਵੀ ਡਾਟਾ ਜੋ ਕਿ ਇੱਕ ਟੇਬਲ ਦੀ ਫਾਰਮ ਦੇ ਵਿੱਚ ਗਿਵਨ ਹੋਵੇ, ਉੱਥੇ ਅਸੀਂ ਨੇ ਮੰਨ ਲਓ ਕੋਈ ਵੀ ਮਿਸਿੰਗ ਵੈਲਿਊ ਫਾਈਂਡ ਕਰਨੀ ਆ। ਉਹ ਮਿਸਿੰਗ ਵੈਲਿਊ ਜੋ ਸਾਨੂੰ ਟੇਬਲ ਦੇ ਵਿੱਚ ਨਹੀਂ ਦਿੱਤੀ ਹੁੰਦੀ। ਫੋਰ ਐਗਜ਼ਾਮਪਲ ਸਾਡੇ ਕੋਲ ਟੇਬਲ ਬਣਿਆ ਹੋਇਆ ਬੱਚੇ, ਇੱਥੇ ਪਾਪੂਲੇਸ਼ਨ ਦਿੱਤੀ ਹੋਈ ਆ ਕਿ 1891 ਦੇ ਵਿੱਚ ਇੰਨੀ ਪਾਪੂਲੇਸ਼ਨ ਸੀਗੀ, 1901 'ਚ ਇੰਨੀ ਪਾਪੂਲੇਸ਼ਨ ਸੀਗੀ, 1911 'ਚ ਇੰਨੀ ਸੀ, 21 'ਚ ਇੰਨੀ ਸੀ ਜਾਂ 31 'ਚ ਇੰਨੀ ਸੀ। ਅਤੇ ਹੁਣ ਸਾਨੂੰ ਇਹਦੇ ਵਿੱਚੋਂ ਕਿਤੇ ਪੁੱਛ ਲਵੇ ਕਿ 92 'ਚ ਕਿੰਨੀ ਸੀ, 1892 'ਚ ਕਿੰਨੀ ਸੀ, ਜਾਂ ਫਿਰ 1912 'ਚ ਕਿੰਨੀ ਸੀ। ਹੁਣ ਉਹ ਵੈਲਿਊਜ਼ ਇਸ ਟੇਬਲ 'ਚ ਗਿਵਨ ਨਹੀਂ ਹੈਗੀਆਂ, ਬਟ ਉਹਦੀਆਂ ਸਾਨੂੰ ਵੈਲਿਊਜ਼ ਫਾਈਂਡ ਆਊਟ ਕਰਨ ਨੂੰ ਕਿਹਾ ਹੋਇਆ। ਜਦੋਂ ਇਹੋ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਫਿਰ ਉੱਥੇ ਅਸੀਂ ਇੰਟਰਪੋਲੇਸ਼ਨ ਦਾ ਯੂਜ਼ ਕਰਦੇ ਹਾਂ। ਹੁਣ ਇੰਟਰਪੋਲੇਸ਼ਨ ਦੇ ਵਿੱਚ ਵੀ ਅੱਗੇ ਅਸੀਂ ਡਿਫਰੈਂਟ ਫਾਰਮੂਲੇ ਡਿਸਕਸ ਕਰਦੇ ਹਾਂ, ਜਿਵੇਂ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਨਿਊਟਨਸ ਫਾਰਵਰਡ ਡਿਫਰੈਂਸ ਫਾਰਮੂਲਾ। ਫਾਰਵਰਡ ਡਿਫਰੈਂਸ ਇਹ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ ਬੱਚੇ ਕਿ ਫਾਰਵਰਡ ਡਿਫਰੈਂਸ ਕੀ ਹੁੰਦੇ ਨੇ, ਬੈਕਵਰਡ ਡਿਫਰੈਂਸ ਕੀ ਹੁੰਦਾ ਅਤੇ ਸੈਂਟਰਲ ਡਿਫਰੈਂਸ ਕੀ ਹੁੰਦਾ। ਅੱਜ ਅਸੀਂ ਸਿਰਫ ਨਿਊਟਨਸ ਫਾਰਵਰਡ ਡਿਫਰੈਂਸ ਫਾਰਮੂਲਾ ਕਰਾਂਗੇ। ਦੇਖੋ, ਨਿਊਟਨਸ ਜਿਹੜਾ ਫਾਰਵਰਡ ਡਿਫਰੈਂਸ ਫਾਰਮੂਲਾ ਇਹ ਕਦੋਂ ਯੂਜ਼ ਹੁੰਦਾ, ਜਾਂ ਫਿਰ ਇਹਨੂੰ ਕੀ ਇਹਦਾ ਫਾਰਮੂਲੇ 'ਚ ਕੀ ਵੈਲਿਊ ਸਾਨੂੰ ਚਾਹੀਦੀਆਂ ਹੁੰਦੀਆਂ ਨੇ। ਹੁਣ ਇਹੀ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ ਬੱਚੇ। ਜਿਵੇਂ ਹੁਣ ਇੱਥੇ ਸਾਨੂੰ ਕੁਛ ਡਾਟਾ ਦੇ ਰੱਖਿਆ, ਕਹਿੰਦੇ ਕੋਈ ਪਾਪੂਲੇਸ਼ਨ ਆ ਕਿਸੇ ਟਾਊਨ ਦੀ, ਸਾਨੂੰ ਈਅਰਸ ਦੇ ਵਿੱਚ ਉਹਨੂੰ ਡਿਵਾਈਡ ਕਰਕੇ ਦੇ ਰੱਖਿਆ ਕਿ 1891 ਦੇ ਵਿੱਚ ਇੰਨੀ ਸੀ, 1901 'ਚ ਇੰਨੀ ਆ, 1911 ਦੇ ਵਿੱਚ ਇੰਨੀ ਆ, ਜਾਂ 21 'ਚ ਇੰਨੀ ਸੀ, 31 'ਚ ਇੰਨੀ ਸੀ। ਕਹਿੰਦੇ ਐਸਟੀਮੇਟ ਦਾ ਪਾਪੂਲੇਸ਼ਨ ਫॉर ਦਾ ਈਅਰ 1895 ਦੇ ਲਈ ਤੁਸੀਂ ਐਸਟੀਮੇਟ ਕਰੋ ਕਿ ਕਿੰਨੀ ਪਾਪੂਲੇਸ਼ਨ ਹੋ ਸਕਦੀ ਆ। ਹੁਣ ਦੇਖੋ, ਜੋ ਉਹਨੇ ਜਿਸ ਈਅਰ ਦੀ ਪਾਪੂਲੇਸ਼ਨ ਫਾਈਂਡ ਕਰਨ ਨੂੰ ਕਿਹਾ, ਉਹ ਈਅਰ ਅਸੀਂ ਨੇ ਦੇਖਣਾ ਕਿ ਸਾਡਾ ਸਟਾਰਟਿੰਗ ਇੰਟਰਵਲ ਕੋਲ ਆ, ਜਾਂ ਫਿਰ ਸਾਡਾ ਐਂਡਿੰਗ ਇੰਟਰਵਲ ਕੋਲ ਆ, ਜਾਂ ਫਿਰ ਸੈਂਟਰਲ ਇੰਟਰਵਲਸ ਦੇ ਕੋਲ ਆ। ਜਿਵੇਂ ਹੁਣ ਇੱਥੇ ਸਾਨੂੰ ਕੀ ਕਿਹਾ, 1895 ਕਿਹਾ ਹੋਇਆ ਬੱਚੇ। ਹੁਣ 1895 ਦੇਖੋ, 1891 ਤੋਂ 1901 ਦੇ ਵਿੱਚ ਹੀ ਕਿਤੇ ਆਉਂਦਾ ਨਾ ਬੱਚੇ, 1905 ਇਹਦੇ ਵਿੱਚ ਹੀ ਆ ਕਿਤੇ। ਇਸ ਦਾ ਮਤਲਬ ਇਹ ਸਾਡੇ ਕੋਲ ਕਿਹਦੇ ਵਿੱਚ ਆ, ਸਟਾਰਟਿੰਗ ਇੰਟਰਵਲ 'ਚ ਆ। ਜਦੋਂ ਸਾਡੀ ਵੈਲਿਊ ਜਿਹਨੂੰ ਅਸੀਂ ਫਾਈਂਡ ਆਊਟ ਕਰਨਾ, ਜਾਂ ਜੋ ਮਿਸਿੰਗ ਆ ਜਿਹਦੀ ਉਹਨਾਂ ਨੇ ਫਾਈਂਡ ਕਰਨ ਨੂੰ ਕਿਹਾ, ਉਹ ਸਟਾਰਟਿੰਗ ਇੰਟਰਵਲ ਦੇ ਨੇੜੇ ਹੋਵੇ। ਜਿਵੇਂ ਹੁਣ ਇਹਦੇ ਵਿੱਚ ਸਾਡੇ ਕੋਲ ਸਟਾਰਟਿੰਗ ਇੰਟਰਵਲ ਦੇ ਨੇੜੇ ਆ, ਉੱਥੇ ਹਮੇਸ਼ਾ ਅਸੀਂ ਨਿਊਟਨ ਫਾਰਵਰਡ ਡਿਫਰੈਂਸ ਫਾਰਮੂਲਾ ਯੂਜ਼ ਕਰਦੇ ਹਾਂ। ਪਰ ਜੇ ਇਹੀ ਵੈਲਿਊ ਸਾਡੇ ਕੋਲ ਮਿਸਿੰਗ ਵੈਲਿਊ, ਜਿਵੇਂ ਹੁਣ ਇੱਥੇ ਸਾਡੇ ਕੋਲ ਮੰਨ ਲਓ 1923 ਹੁੰਦਾ, 1923 ਦੀ ਪਾਪੂਲੇਸ਼ਨ ਅਸੀਂ ਫਾਈਂਡ ਕਰਨੀ ਹੁੰਦੀ, ਤਾਂ 1923 ਸਾਡੇ ਕੋਲ ਲਾਸਟ ਵੈਲਿਊਜ਼ ਦੇ ਨੀਅਰ ਆ, ਤਾਂ ਅਸੀਂ ਉੱਥੇ ਜਿਹੜਾ ਬੈਕਵਰਡ ਡਿਫਰੈਂਸ ਫਾਰਮੂਲਾ ਉਹ ਯੂਜ਼ ਕਰਨਾ ਸੀ। ਬਟ ਹੁਣ ਸਾਡੀ ਸਟਾਰਟਿੰਗ ਦੇ ਨੇੜੇ ਹੈ, ਇਸ ਲਈ ਅਸੀਂ ਕਿਹੜਾ ਯੂਜ਼ ਕਰਾਂਗੇ, ਨਿਊਟਨ ਫਾਰਵਰਡ ਡਿਫਰੈਂਸ ਫਾਰਮੂਲਾ। ਬਸ ਅਸੀਂ ਅੱਜ ਇਸ ਵੀਡੀਓ 'ਚ ਇਹੀ ਡਿਸਕਸ ਕਰਾਂਗੇ ਕਿ ਫਾਰਵਰਡ ਡਿਫਰੈਂਸ ਫਾਰਮੂਲਾ ਕੀ ਹੁੰਦਾ। ਦੇਖੋ, ਨਿਊਟਨ ਜਿਹੜੇ ਸੀਗੇ ਉਹਨਾਂ ਨੇ ਇੱਕ ਸਾਨੂੰ ਫਾਰਮੂਲਾ ਦਿੱਤਾ, ਕਹਿੰਦੇ ਜਦੋਂ ਐਸਟੀਮੇਟ ਲਗਾਉਣਾ ਹੋਵੇ ਕੋਈ ਵੈਲਿਊ ਦਾ, ਸਟਾਰਟਿੰਗ ਇੰਟਰਵਲ ਦੇ ਨੇੜੇ ਹੋਵੇ, ਤਾਂ ਅਸੀਂ ਫਾਰਮੂਲਾ ਯੂਜ਼ ਕਰ ਸਕਦੇ ਹਾਂ, ਵਾਈ ਨਾਟ ਪਲੱਸ P del y naught plus P1 minus 1 upon 2 factorial del square y naught plus P minus 1 P minus 2 upon 3 factorial del ਦੀ ਪਾਵਰ 3 y naught। ਹੁਣ ਜਿਹੜੇ ਡੈਲ ਆ ਉੱਥੇ ਫਾਰਵਰਡ ਡਿਫਰੈਂਸ ਨੂੰ ਸ਼ੋ ਕਰ ਰਿਹਾ। y naught ਜਦੋਂ ਹੁਣ ਅਸੀਂ ਟੇਬਲ ਬਣਾਵਾਂਗੇ, ਉਹਨਾਂ ਦੇ ਵਿੱਚੋਂ ਸਾਨੂੰ y naught ਦੀ ਵੈਲਿਊਜ਼ ਮਿਲ ਜਾਣਗੀਆਂ, del ਸਕੇਅਰ y naught del 3। ਹੁਣ ਜਿੱਥੇ ਤੱਕ ਬੱਚੇ ਇਹ ਅੱਗੇ ਅੱਗੇ ਫਾਰਮੂਲਾ ਇਨਕਰੀਜ਼ ਹੋਈ ਜਾਂਦਾ, ਜਿੰਨੀਆਂ ਸਾਡੇ ਕੋਲ ਟੇਬਲ ਦੇ ਵਿੱਚ ਵੈਲਿਊਜ਼ ਆਉਣਗੀਆਂ ਜਾਂ ਕਾਲਮਸ ਆਉਣਗੇ, ਉਸ ਅਕੋਰਡਿੰਗ ਇਹ ਫਾਰਮੂਲਾ ਵੀ ਕੀ ਹੋਊਗਾ, ਅੱਗੇ ਅੱਗੇ ਯੂਜ਼ ਕਰੀ ਜਾਵਾਂਗੇ, ਅਸੀਂ ਅੱਗੇ ਅੱਗੇ ਐਕਸਟੈਂਡ ਕਰੀ ਜਾਵਾਂਗੇ। ਹੁਣ ਸਭ ਤੋਂ ਪਹਿਲਾਂ ਅਸੀਂ ਇਹਦੇ ਲਈ ਜਿਹੜੀਆਂ ਵੈਲਿਊਜ਼ ਨੇ ਉਹ ਕਿਵੇਂ ਕੱਢਣੀਆਂ ਨੇ, ਉਹਨੂੰ ਅਸੀਂ ਟਰਾਈ ਕਰਦੇ ਹਾਂ। ਦੇਖੋ, ਸਾਨੂੰ ਐਕਸ ਦੀ ਈਅਰ ਦਿੱਤਾ ਹੋਇਆ, ਜੋ ਸਾਨੂੰ ਈਅਰ ਹੁੰਦੇ ਨੇ ਬੱਚੇ, ਜਾਂ ਜੋ ਐਕਸ ਹੁੰਦੀ ਆ, ਉਹ ਸਾਡੇ ਕੋਲ ਹੋ ਗਿਆ। ਅਸੀਂ ਫਸਟ ਲਾਈਨ 'ਚ ਲਿਖ ਲਾਂਗੇ ਐਕਸ। ਫਿਰ ਉਸ ਤੋਂ ਬਾਅਦ ਸਾਨੂੰ ਜਿਹੜੀ ਪਾਪੂਲੇਸ਼ਨ ਦਿੱਤੀ ਹੋਈ ਹੈ, ਇਹ ਸਾਡੇ ਕੋਲ ਵਾਈ ਦੀ ਵੈਲਿਊ ਆ, ਅਤੇ ਇਸ ਵਾਈ ਦੀ ਵੈਲਿਊ ਨੂੰ ਅਸੀਂ ਇੱਥੇ ਲਿਖ ਲਾਂਗੇ। ਜਿਵੇਂ 1891 ਦੇ ਵਿੱਚ ਕਿੰਨੀ ਪਾਪੂਲੇਸ਼ਨ ਆ, 46। 1901 ਦੇ ਵਿੱਚ ਕਿੰਨੀ ਆ, 66। 1911 ਦੇ ਵਿੱਚ ਕਿੰਨੀ ਆ, 81। 1921 ਦੇ ਵਿੱਚ ਕਿੰਨੀ ਆ, 93। ਫਿਰ ਅੱਗੇ ਕੀ ਆ, 1931 ਦੇ ਵਿੱਚ ਕਿੰਨੀ ਆ, 101। ਅਸੀਂ ਇੱਕ ਟੇਬਲ ਕੰਸਟਰਕਟ ਕਰ ਰਹੇ ਹਾਂ ਕਿ ਇਹਦੇ ਲਈ ਫਾਰਵਰਡ ਡਿਫਰੈਂਸ ਟੇਬਲ ਬੋਲਾਂਗੇ ਉਹਨੂੰ। ਜੋ ਸਾਨੂੰ ਪਹਿਲਾਂ ਵੈਲਿਊਜ਼ ਦਿੱਤੀਆਂ ਹੋਈਆਂ ਨੇ ਅਸੀਂ ਉਹ ਰਾਈਟ ਕੀਤੀਆਂ। ਸਾਨੂੰ ਈਅਰ ਦਿੱਤਾ ਹੋਇਆ ਸੀ, ਉਹ ਸਾਡੀਆਂ ਐਕਸ ਦੀਆਂ ਵੈਲਿਊਜ਼ ਨੇ। ਉਸ ਤੋਂ ਬਾਅਦ ਸਾਨੂੰ ਪਾਪੂਲੇਸ਼ਨ ਦਿੱਤੀ ਹੋਈ ਸੀ, ਉਹ ਸਾਡੀਆਂ ਵਾਈ ਦੀਆਂ ਵੈਲਿਊਜ਼ ਨੇ। ਹੁਣ ਅਸੀਂ ਕੱਢਾਂਗੇ ਇਹਦਾ ਫਸਟ ਆਰਡਰ ਫਾਰਵਰਡ ਡਿਫਰੈਂਸ। ਫਸਟ ਆਰਡਰ ਫਾਰਵਰਡ, ਇਸ ਤਰ੍ਹਾਂ ਇਹਨੂੰ ਡੈਲ ਨਾਲ ਰਿਪਰਜੈਂਟ ਕਰਾਂਗੇ, ਡੈਲ ਆਫ ਵਾਈ। ਹੁਣ ਜਦੋਂ ਅਸੀਂ ਇਹ ਫਾਰਵਰਡ ਡਿਫਰੈਂਸ ਕੱਢਣਾ ਹੋਏਗਾ ਬੱਚੇ, ਅਸੀਂ ਸਿੰਪਲੀ ਉੱਪਰ ਤੋਂ ਸਟਾਰਟ ਕਰਦੇ ਹਾਂ। 66 ਦੇ ਵਿੱਚੋਂ ਉੱਪਰਲੀ ਟਰਮ ਨੂੰ ਮਾਈਨਸ ਕਰਦੇ ਜਾਵਾਂਗੇ। 66 ਮਾਈਨਸ ਆਫ 46। 66 ਦੇ ਵਿੱਚੋਂ 46 ਮਾਈਨਸ ਕੀਤੇ, ਆਂਸਰ 20। ਇਹਨਾਂ ਨੂੰ, ਇਸ ਆਂਸਰ ਨੂੰ ਅਸੀਂ ਬਿਲਕੁਲ ਇਹਦੇ ਸੈਂਟਰ 'ਚ ਲਿਖਾਂਗੇ 20।
सिमिलर 81 ਦੇ ਵਿੱਚੋਂ ਅਸੀਂ 66 ਨੂੰ ਮਾਈਨਸ ਕਰਨਾ ਤੇ ਆਨਸਰ ਇਹਦੇ ਸੈਂਟਰ 'ਚ 81 ਦੇ ਵਿੱਚੋਂ 66 ਨੂੰ ਮਾਈਨਸ ਕੀਤਾ ਆਨਸਰ 15 ਇਹਦੇ ਸੈਂਟਰ 'ਚ। ਫਿਰ 93 ਦੇ ਵਿੱਚੋਂ 81 ਨੂੰ ਅਸੀਂ ਸਬਟਰੈਕਟ ਕਰਾਂਗੇ ਆਨਸਰ ਕੀ ਆਏਗਾ ਸਾਡੇ ਕੋਲ 12 ਤਾਂ ਇਹ ਆਨਸਰ ਕੀ ਹੋਏਗਾ ਇਹਦੇ ਸੈਂਟਰ 'ਚ। ਫਿਰ 101 ਦੇ ਵਿੱਚੋਂ 93 ਨੂੰ ਅਸੀਂ ਮਾਈਨਸ ਕੀਤਾ ਆਨਸਰ ਕਿੰਨਾ ਆਏਗਾ ਸਾਡੇ ਕੋਲ 8 ਤੇ ਇਹਨੂੰ ਕਿਵੇਂ ਲਿਖਾਂਗੇ ਇਹਦੇ ਸੈਂਟਰ 'ਚ। ਇਹ ਹੋ ਗਿਆ ਸਾਡਾ ਫਸਟ ਆਰਡਰ ਡਿਫਰੈਂਸ। ਕੀ ਕੀਤਾ ਬੱਚੇ ਅਗੇਨ 66 ਦੇ ਵਿੱਚੋਂ ਨੀਚਲੀ ਟਰਮ 'ਚੋਂ ਉੱਪਰ ਵਾਲੀ ਮਾਈਨਸ ਕਰਦੇ ਜਾਵਾਂਗੇ ਤੇ ਆਨਸਰ ਇਹਦੇ ਸੈਂਟਰ 'ਚ। ਨੀਚੇ ਵਾਲੀ ਟਰਮ 'ਚੋਂ ਉੱਪਰ ਵਾਲੀ ਇੱਕ ਮਾਈਨਸ ਕਰਾਂਗੇ ਆਨਸਰ ਇਹਦੇ ਸੈਂਟਰ 'ਚ। 93 ਦੇ ਵਿੱਚੋਂ 81 ਮਾਈਨਸ ਕੀਤਾ ਆਨਸਰ ਇਹਦੇ ਸੈਂਟਰ 'ਚ। 101 ਚੋਂ 93 ਮਾਈਨਸ ਕੀਤਾ ਆਨਸਰ ਇਹਦੇ ਸੈਂਟਰ 'ਚ। ਮਾਈਨਸ ਕਿਹਦੀਆਂ ਟਰਮਸ ਕਰਨੀਆਂ ਨੇ ਜੋ ਵਾਈ ਲਿਖੀ ਆ ਉਹਦੀਆਂ ਟਰਮਸ ਨੂੰ ਅਸੀਂ ਨੇ ਮਾਈਨਸ ਕਰਦੇ ਅੱਗੇ ਅੱਗੇ ਵੱਧਦੇ ਜਾਣਾ। ਹੁਣ ਇਹ ਹੋ ਗਿਆ ਸਾਡੇ ਕੋਲ ਫਸਟ ਆਰਡਰ। ਹੁਣ ਅਸੀਂ ਸਿਮਿਲਰ ਸੈਕਿੰਡ ਆਰਡਰ ਜਿਹੜਾ ਫਾਰਵਰਡ ਡਿਫਰੈਂਸ ਉਹ ਫਾਈਂਡ ਕਰਾਂਗੇ ਉਹਨੂੰ ਲਿਖਾਂਗੇ ਅਸੀਂ ਡੈਲ ਸਕੇਅਰ ਵਾਈ। ਅਗੇਨ ਉਹੀ ਪ੍ਰੋਸੈਸ ਨੀਚੇ ਉੱਪਰ ਵਾਲੀ ਟਰਮ ਮਾਈਨਸ ਕਰਾਂਗੇ 15 ਮਾਈਨਸ 20 15 ਮਾਈਨਸ 20 ਕਿੰਨਾ ਆਏਗਾ ਮਾਈਨਸ ਆਫ 5 ਤਾਂ ਪਹਿਲੀ ਵੈਲਿਊ ਹੋ ਗਈ ਸਾਡੇ ਕੋਲ -5। ਅਗੇਨ ਇਹਨੂੰ ਇਹਦੇ ਸੈਂਟਰ 'ਚ ਹੋ ਜਾਏ। ਫਿਰ 12 ਮਾਈਨਸ 15 12 ਮਾਈਨਸ 15 ਨੀਚੇ ਵਾਲੀ 'ਚ ਉੱਪਰ ਵਾਲੀ ਮਾਈਨਸ ਕਿੰਨਾ ਆ ਗਿਆ ਸਾਡੇ ਕੋਲ ਮਾਈਨਸ ਆਫ 3। ਫਿਰ 8 ਮਾਈਨਸ 12 8 ਮਾਈਨਸ 12 ਸਾਡੇ ਕੋਲ ਕਿੰਨਾ ਆ ਗਿਆ ਮਾਈਨਸ ਆਫ 4। ਇਹ ਵੀ ਵੈਲਿਊ ਇਹਦੇ ਸੈਂਟਰ 'ਚ। ਇਹ ਹੋ ਗਿਆ ਸਾਡੇ ਕੋਲ ਸੈਕਿੰਡ ਆਰਡਰ ਫਾਰਵਰਡ ਡਿਫਰੈਂਸ। ਹੁਣ ਸਿਮਿਲਰ ਅਸੀਂ ਥਰਡ ਆਰਡਰ ਕੱਢਾਂਗੇ। ਥਰਡ ਆਰਡਰ ਦੇ ਲਈ ਪਿਛਲੀ ਲਾਈਨ ਦਾ ਯੂਜ਼ ਕਰੀ ਜਾਵਾਂਗੇ ਵਿੱਚ। ਹੁਣ ਸਾਡੇ ਕੋਲ ਜਿਹੜੀ ਆਹ ਸਕੇਅਰ ਵਾਲੀ ਲਾਈਨ ਆਈ ਹੈ ਸੈਕਿੰਡ ਆਰਡਰ ਦੀ ਲਾਈਨ ਆਈ ਹੈ ਇਹਦਾ ਯੂਜ਼ ਕਰਾਂਗੇ। -3 ਮਾਈਨਸ ਆਫ 5 ਨੀਚੇ 'ਚੋਂ ਉੱਪਰ ਵਾਲੀ ਮਾਈਨਸ -3 ਫਿਰ ਮਾਈਨਸ ਉੱਪਰ ਵੀ ਕੀ ਸੀ -5 ਬਚੇ ਕੀ ਹੋ ਜਾਏਗਾ -3 ਮਾਈਨਸ ਮਾਈਨਸ +5 -3 +5 ਬੜੀ ਦੇ ਮੂਹਰੇ ਪੋਜ਼ੀਟਿਵ ਆ ਆਨਸਰ ਕੀ ਆਏਗਾ 2। 5 - 3 2 ਹੋਏਗਾ ਬੜੀ ਦੇ ਮੂਹਰੇ ਪੋਜ਼ੀਟਿਵ ਆ ਤਾਂ ਆਨਸਰ ਵੀ ਕੀ ਆਏਗਾ ਪੋਜ਼ੀਟਿਵ ਆਨਸਰ ਆ ਗਿਆ 2। ਸਿਮਿਲਰ -4 ਦੇ ਵਿੱਚੋਂ ਕੀ ਮਾਈਨਸ ਕਰਨਾ -3 ਫਿਰ -4 ਫਿਰ ਮਾਈਨਸ ਦਾ ਸਿੰਬਲ ਮਾਈਨਸ ਆਫ 3 -3 ਕਿਉਂ ਇਹਦੇ ਮੂਹਰੇ ਪਹਿਲਾਂ ਹੀ ਮਾਈਨਸ ਸੀ ਤਾਂ ਹੁਣ ਕੀ ਆ ਗਿਆ -4 ਮਾਈਨਸ ਮਾਈਨਸ ਕੀ ਹੋ ਗਿਆ ਪਲੱਸ। ਸੋ -4 +3 ਕਿੰਨਾ ਆਨਸਰ ਆ ਗਿਆ ਸਾਡੇ ਕੋਲ ਬੜੀ ਦੇ ਮੂਹਰੇ ਮਾਈਨਸ ਦਾ ਸਿੰਬਲ ਆ ਤਾਂ -1। ਇਹ ਹੋ ਗਿਆ ਸਾਡਾ ਥਰਡ ਆਰਡਰ ਫਾਰਵਰਡ ਡਿਫਰੈਂਸ। ਹੁਣ ਸਿਮਿਲਰ ਅਸੀਂ ਕੱਢਾਂਗੇ ਫੋਰਥ ਆਰਡਰ ਫਾਰਵਰਡ ਡਿਫਰੈਂਸ। ਹੁਣ ਅਗੇਨ ਦੋ ਟਰਮਸ ਬਚੀਆਂ ਨੀਚੇ ਵਾਲੀ ਦੇ ਵਿੱਚ ਉੱਪਰ ਵਾਲੀ ਨੂੰ ਮਾਈਨਸ ਕਰਾਂਗੇ -1 -2 ਕਿੰਨਾ ਆ ਜਾਏਗਾ -1 -2 ਮਾਈਨਸ ਮਾਈਨਸ ਕੀ ਹੋ ਜਾਣਗੇ ਪਲੱਸ ਬਟ ਸਿੰਬਲ ਕਾਹਦਾ ਰਹੇਗਾ ਮਾਈਨਸ ਦਾ। ਸੋ -1 -2 ਆਨਸਰ ਕਿੰਨਾ ਆ ਗਿਆ -3। ਇਹ ਹੋ ਗਿਆ ਸਾਡਾ ਫਾਰਵਰਡ। ਜਦੋਂ ਤੱਕ ਸਿੰਗਲ ਵੈਲਿਊ ਨਹੀਂ ਆ ਜਾਂਦੀ ਬੱਚੇ ਉਸੇ ਤਰ੍ਹਾਂ ਉਦੋਂ ਤੱਕ ਅਸੀਂ ਇਹਨੂੰ ਪ੍ਰੋਸੀਡ ਕਰਦੇ ਰਹਾਂਗੇ। ਹੁਣ ਸਾਡੇ ਕੋਲ ਇੱਕ ਸਿੰਗਲ ਵੈਲਿਊ ਆ ਗਿਆ ਤਾਂ ਇੱਥੇ ਅਸੀਂ ਸਟਾਪ ਕਰ ਦਾਂਗੇ। ਹੁਣ ਜਿਹੜਾ ਸਾਡਾ ਫਾਰਵਰਡ ਡਿਫਰੈਂਸ ਟੇਬਲ ਤਿਆਰ ਹੋਇਆ ਬੱਚੇ ਹੁਣ ਇਹਦੇ ਵਿੱਚ ਨੇਮਿੰਗ ਦਿੰਦੇ ਆ। ਦੇਖੋ ਜੋ ਸਾਡੇ ਕੋਲ ਵਾਈ ਦੀ ਲਾਈਨ ਸੀ ਉਹਦੇ ਵਿੱਚ ਜੋ ਫਸਟ ਵੈਲਿਊ ਆ ਉਹ ਸਾਡੀ ਹੈਗੀ ਆ ਬੱਚੇ y0। ਜੋ ਸਾਡੀ ਫਸਟ ਵੈਲਿਊ ਆ ਇਹ ਹੋਏਗੀ y0। ਜੋ ਡੈਲ ਫਸਟ ਆਰਡਰ ਜਿਹੜਾ ਇਹਦਾ ਫਾਰਵਰਡ ਡਿਫਰੈਂਸ ਸੀ ਉਹਦੇ ਵਿੱਚ ਜੋ ਫਸਟ ਵੈਲਿਊ ਆ 20 ਇਹ ਸਾਡੀ ਵੈਲਿਊ ਹੈਗੀ ਆ ਡੈਲ y0 ਡੈਲ y0। ਫਿਰ ਸੈਕਿੰਡ ਲਾਈਨ ਦੇ ਵਿੱਚ ਜੋ ਫਸਟ ਵੈਲਿਊ ਸੀ ਇਹ ਹੈਗੀ ਆ ਸਾਡੇ ਕੋਲ ਡੈਲ ਸਕੇਅਰ y0 ਡੈਲ ਸਕੇਅਰ y0। ਥਰਡ ਜੋ ਲਾਈਨ ਸੀ ਇਹਦੇ ਵਿੱਚ ਜੋ ਫਸਟ ਵੈਲਿਊ ਆ ਉਹ ਹੈਗੀ ਆ ਸਾਡੇ ਕੋਲ ਡੈਲ ਦੀ ਪਾਵਰ 3 y0। ਉਸ ਤੋਂ ਬਾਅਦ ਜੋ ਲਾਸਟ ਵੈਲਿਊ ਸੀ ਉਹ ਹੈਗੀ ਸਾਡੇ ਕੋਲ ਡੈਲ ਦੀ ਪਾਵਰ 4 y0। ਦੇਖੋ ਜਿਸ ਆਰਡਰ ਦਾ ਅਸੀਂ ਫਾਰਵਰਡ ਡਿਫਰੈਂਸ ਕੱਢਿਆ ਉਹੀ ਲਵਾਂਗੇ ਅਤੇ ਬਸ ਉਹ ਹਰੇਕ ਐਲੀਮੈਂਟ ਜੋ ਵੀ ਇਹਦਾ ਫਸਟ ਆਰਡਰ ਐਲੀਮੈਂਟ ਹੋਏਗਾ ਬੱਚੇ y0 ਇਸੇ ਤਰ੍ਹਾਂ ਅੱਗੇ ਪ੍ਰੋਸੀਡ ਕਰਦੇ ਜਾਵਾਂਗੇ। ਹੁਣ ਇਹ ਸਾਡਾ ਫਾਰਵਰਡ ਡਿਫਰੈਂਸ ਟੇਬਲ ਆ ਜਿਹੜਾ ਉਹ ਕੰਪਲੀਟ ਹੁੰਦਾ। ਹੁਣ ਅਸੀਂ ਨੇ ਜਿਹੜੀ ਮਿਸਿੰਗ ਵੈਲਿਊ ਆ ਬੱਚੇ ਉਹ ਫਾਈਂਡ ਕਰਨੀ ਸੀ ਉਹਦੇ ਲਈ ਅਸੀਂ ਆਹ ਫਾਰਮੂਲੇ ਦਾ ਯੂਜ਼ ਕਰਨਾ y0 + p ਡੈਲ y0। ਦੇਖੋ ਅਸੀਂ ਇਹਦੇ ਵਿੱਚ y0 ਦੀ ਵੈਲਿਊ ਫਾਈਂਡ ਆਊਟ ਕਰ ਲਈ ਸਾਡੇ ਕੋਲ 46 ਆ। ਫਿਰ ਡੈਲ y0 ਦੀ ਵੀ ਵੈਲਿਊ ਫਾਈਂਡ ਕਰ ਲਈ 20 ਆ। ਡੈਲ ਸਕੇਅਰ y0 ਦੀ ਵੀ ਵੈਲਿਊ ਫਾਈਂਡ ਕਰ ਲਈ -5 ਆ। ਫਿਰ ਉਸ ਤੋਂ ਬਾਅਦ ਡੈਲ ਦੀ ਪਾਵਰ 3 y0 ਦੀ ਵੀ ਵੈਲਿਊ ਅਸੀਂ ਨੇ ਫਾਈਂਡ ਕਰ ਲਈ ਉਹ ਹੈਗੇ ਆ ਸਾਡੇ ਕੋਲ 2। ਸਿਮਿਲਰ ਅੱਗੇ ਇੱਕ ਜੇ ਵੈਲਿਊ ਹੋਰ ਖੋਲ੍ਹਦੇ ਫਾਰਮੂਲੇ ਨੂੰ ਥੋੜ੍ਹਾ ਐਕਸਟੈਂਡ ਕਰਦੇ ਤਾਂ 4 ਦੀ ਵੈਲਿਊ ਵੀ ਸਾਨੂੰ ਚਾਹੀਦੀ ਸੀ ਉਹ ਵੈਲਿਊ ਸਾਡੇ ਕੋਲ ਕੀ ਆ -3। ਹੁਣ ਇਸ ਫਾਰਮੂਲੇ 'ਚ ਭਰਨ ਦੇ ਲਈ ਸਾਡੇ ਕੋਲ ਵੈਲਿਊਜ਼ ਤਾਂ ਤਿਆਰ ਨੇ ਬੱਚੇ ਬਸ ਇੱਕ p ਰਹਿੰਦਾ। p ਕੀ ਹੁੰਦਾ p ਸਾਡੇ ਕੋਲ ਜਿਹੜੀ ਵੈਲਿਊ ਆ ਬੱਚੇ p ਦਾ ਫਾਰਮੂਲਾ ਹੋਏਗਾ p = x - x0 / h। ਹੁਣ x ਕੀ ਆ ਜਾਂ x0 ਸਾਡੇ ਕੋਲ ਕੀ ਆ
एक्स होएगी वो वैल्यू जो मिसिंग आ असी ने फाइंड आउट करनी आ। जिवें हुण इत्थे सानूं किहड़े ईयर की पॉपूलेशन क्या 1895 तो जो भी जिहदी भी फाइंड आउट करनी होएगी उही साडे कोल एक्स की वैल्यू होएगी। एक्स की वैल्यू कितनी है 1895। जे इत्थे बच्चे साडे कोल 98 दिता हुंदा तो 98 इत्थे एक्स की वैल्यू हो जानी सी। जे 2001 दिता हुंदा जां जिन्ना भी ईयर इत्थे फाइंड करन नूं क्या उही साडे कोल एक्स की वैल्यू होएगी। माइनस एक्स नॉट देखो जदों असी फॉरवर्ड डिफरेंस कर रहे हैं उदों साडे कोल जो भी इहदी पहली वैल्यू आ जिथों स्टार्ट होया जां जिस इंटरवल दे विच साडी वैल्यू जिवें 95 की इस इंटरवल च सी 1891 तो लैके 1901 दे विच लाई कर रहा सी ते इहदी जो लोअर लिमिट होएगी जिहड़ी जिथों स्टार्ट हुंदा उही साडी की होएगी एक्स नॉट की वैल्यू तो की होगी एक्स नॉट कितना 1891 अपॉन एच का मतलब की है बच्चे एच का मतलब जो एक्स दे विच आ लिखे हुए ने टर्म्स इन्हां दे विच डिस्टेंस किन्ने दा 1891 तो 901 तक 19011 फिर 1921 1931 किन्ने किन्ने ईयर का डिफरेंस चल रहा देखोगे तेनों उपर चो माइनस करके देखो 10 ईयर्स का डिफरेंस चल रहा ये भी 10 ऐड होए हुए ने ये भी 10 ऐड सो 10 का डिफरेंस साडे कोल चल रहा तो एच की वैल्यू किन्नी होएगी 10। हुण माइनस करते हैं 1895 के विचों 1891 माइनस किया आंसर कितना आ गया साडे कोल 4 अपॉन 10 आंसर कितना आ गया पॉइंट्स दे विच 0.4। देखो पी की वैल्यू भी सानू फाइंड आउट होगी 0.4 आ एंड असी ने बाकी सारिया टेबल दे विचों भी वैल्यू फाइंड कर लिया। हुण असी की करांगे सिंपली इस फॉर्मूले दे विच जो सानू पहला रिक्वायर सी उहदे विच असी ने की करनियां ने वैल्यूज़ सबसीट्यूट करनियां ने। देखो असी फॉर्मूले नू अगे लिखांगे की सीगा साडे कोल फॉर्मूला तो उहदे विच वैल्यूज़ ने जिहड़ियां वो सबसीट्यूट करांगे। सब तो पहला साडे कोल की सीगा वाई नॉट प्लस पी डेल वाई नॉट प्लस पी माइनस 1 अपॉन 2 फैक्टोरियल डेल स्क्वायर वाई नॉट प्लस पी माइनस 1 p माइनस 2 अपॉन 3 फैक्टोरियल इंटू डेल दी पावर 3 वाई नॉट। हुण देखो साडे कोल 4 टर्म्स ने बच्चे असीं इहनूं थोड़ा एक्सटेंड करांगे तो अगली वैल्यू की होगी p माइनस 1 p माइनस 2 p माइनस 3 अपॉन 4 फैक्टोरियल इंटू डेल दी पावर 4 इंटू वाई नॉट। इस तरह असीं अगेन थोड़ा एक्सटेंड कर लिया क्योंकि साडी लास्ट वैल्यू कितने तक सी वाई नॉट तक। हुण इहदे विच वैल्यू सबसीट्यूट करिए देखो आ साडे कोल टेबल सी टेबल दे विच वाई नॉट की वैल्यू कितनी सी 46 तो इत्थे सबसीट्यूट करांगे वाई नॉट की प्लेस ते कितना आ जाएगा देखो वाई नॉट की प्लेस ते कितना आ जाएगा 46 प्लस पी की वैल्यू हुणे फाइंड आउट की है कितनी सीगी 0.4 तो पी की वैल्यू कितनी आ जाएगी 0.4। उस तो बाद अगेन डेल वाई नॉट कितना सीगा 20 तो इत्थे की सबसीट्यूट करांगे 20 फिर प्लस पी की वैल्यू अगेन बचे 0.4 पी माइनस 1 0.4 माइनस 1 अपॉन 2 फैक्टोरियल अगे डेल स्केयर वाई नॉट की वैल्यू साडे कोल कितनी सीगी -5 तो इत्थे सबसीट्यूट कर देंगे -5 प्लस अगे फिर पी 0.4 नैक्सट है साडे कोल 0.4 माइनस 1 अगे 0.4 माइनस 2 अपॉन 3 फैक्टोरियल डेल दी क्यूब की वैल्यू कितनी सी बचे 2 तो इत्थे सबसीट्यूट कर देंगे 2 फिर प्लस पी की वैल्यू 0.4 अगे 0.4 माइनस 1 0.4 माइनस 2 0.4 माइनस 3 अपॉन 4 फैक्टोरियल डेल दी पावर 4 वाई नॉट की वैल्यू साडे कोल कितनी सीगी -3 तो अगे सबसीट्यूट कर देंगे -3। हुण करदे इनू सॉल्व बचे किमें सॉल्व करना देखो 46 एज इट इज़। हुण इत्थे दोहां दे विच ब्रैकेट आ ब्रैकेट का मतलब की होएगा मल्टीप्लाई करनी आ कि 0.4 की मल्टीप्लाई कि 20 नाल तो आंसर आ गया बच्चे साडे कोल 8 तो प्लस 8 ठीक। फिर उस तो बाद इनू सॉल्व करना जो बच्चे इनू सॉल्व करना तो पहला असीं की खोलांगे ब्रैकेट ओपन करांगे ब्रैकेट ओपन करने के लिए 0.4 दे विचों पहला किनू माइनस करांगे 1 सो 0.4 माइनस 1 आंसर कितना आ गया साडे कोल -0.6 सो इनू सॉल्व करके इत्थे लिख रही हैं इनू सॉल्व करके कितना आंसर आया -0.6। हुण देखो जी आप ब्रैकेट की वैल्यू कितनी आ -0.6 यदि प्रोडक्ट किहदे नाल करांगे 0.4 सो मल्टीप्लाई 0.4 फिर उसकी मल्टीप्लाई किहदे नाल बचे अगेन आ उपर ही पिया -5 सो मल्टीप्लाई -5 इज इक्वल टू
आंसर आ गया बच्चे 1/2। सो इन्हां तिन्नां दी उपर जो टर्म्स ने इन्हां तिन्नां दी प्रोडक्ट करके आंसर कितना आउंदा 1/2। नीचे की आ 2 फैक्टोरियल डिवाइड दे विच इस 2 फैक्टोरियल आंसर कितना हुंदा 2 तो असीं 1/2 नूं किहदे नाल डिवाइड कर दांगे 2 दे नाल। आंसर कितना आ गया साडे कोल 0.6। तो जिहड़ी आ टर्म्स ने बच्चे आ वाली टर्म सिंपली थर्ड टर्म इनू सॉल्व करके कितना आ गया 0.6। फिर प्लस हुण सिमिलर असीं सैकेंड टर्म नूं सॉल्व करांगे। देखो सैकेंड टर्म दे विच पहलां 0.4 पिया इनू नहीं छेड़ांगे पहला ब्रैकेट्स खोल लेने 0.4 माइनस 1 0.4 माइनस 1 अगेन कितना आएगा बच्चे माइनस 0.6। फिर किया 0.4 माइनस 2 0.4 माइनस 2 आंसर कितना आ जाएगा -1/6। सो इसकी वैल्यू कितनी आती है -1/6। हुण अगेन बच्चे इन्हां तीन सारे 4 टर्म्स ने चारां दी मल्टीप्लाई फॉर्म पई आ तो इन्हां नूं मल्टीप्लाई कर देने किहड़ियां टर्म 0.4 मल्टीप्लाई -0.6 मल्टीप्लाई -1.6 मल्टीप्लाई 2 इज इक्वल टू आंसर आ गया साडे कोल बच्चे 0 पॉइंट ये सारिਆਂ ਦੀ मल्टीप्लाई करके आ रहा 0.768। हुण इनू डिवाइड किहदे नाल करना 3 फैक्टोरियल बच्चे 3 फैक्टोरियल मतलब 3 मल्टीप्लाई 2 मल्टीप्लाई 1 3 टू द 6। सो 3 फैक्टोरियल साडे कोल कितना हो जाएगा 6। इनू डिवाइड किहदे नाल कर दांगे 6 नाल तो आंसर आ गया साडे कोल बच्चे 0.128। सो इहदी नैक्सट टर्म नू खोल के आंसर कितना आ गया 0.128। फिर प्लस हुण लास्ट टर्म साडे कोल बची है अगेन एवें सॉल्व करांगे बच्चे 0.4 माइनस 1 आंसर कितना आएगा जो उपर कढ़िया सीगा -0.6। फिर 0.4 दे विचों 2 नूं माइनस करके आंसर कितना आया सी -1/6। अगे 0.4 दे विचों 3 नूं माइनस करके आंसर कितना आएगा -3 इज इक्वल टू -2.6। सो बच्चे इहदी वैल्यू कितनी आ गई -2.6। इहदी वैल्यू 1 इहदी भी सॉल्व हो गया ब्रैकेट सॉल्व हो गया भी ब्रैकेट तो अगे मल्टीप्लाई की पिया -3। हुण जिहड़ियां टर्म्स ने इन्हां सारिਆਂ ਦੀ प्रोडक्ट कर दी किहड़ी टर्म 0.4 मल्टीप्लाई -0.6 मल्टीप्लाई तुसीं चाहो तो बच्चे कैलकुलेटर दे विच सिंपली ब्रैकेट्स पा के भी इनू सॉल्व कर सकते हो। साडे कोल सिंपली ब्रैकेट दे विच सारियां टर्म्स इक्को टाइम ते इक्को टाइम सॉल्व हो जाणगियां तो साडी जिहड़ी कैलकुलेशन दा जिहड़ा टाइम आ ओह बच जाएगा। जिवें हुण मैं अलग अलग करके दिखा रही हाँ उहदी थां ते तुसीं सिंपली सारे नू कंबाइंड फॉर्म च भी कर सकते हो। हुण ये सारे नू बच्चे मल्टीप्लाई करके आंसर कितना आ गया 2.9952। हुण देखो नीचे की आ 4 फैक्टोरियल आ 4 फैक्टोरियल साडे कोल आंसर कितना हुंदा बच्चे 4 दा फैक्टोरियल खोलांगे तो आंसर हुंदा 4 मल्टीप्लाई 3 मल्टीप्लाई 2 मल्टीप्लाई 1 4 3 दा 12 12 2 दा 24। सो 4 फैक्टोरियल 24 जो आंसर आया उन्होंने किहदे नाल डिवाइड करना 24 नाल तो आंसर आ गया बच्चे साडे कोल 0.1248। तो साडे कोल लास्ट टर्म जो असी सॉल्व करी उहदा आंसर कितना आ गया 148। देखो हुण सारियां टर्म्स असी हो गया फर्स्ट टर्म फिर सैकेंड टर्म नू सॉल्व करके थर्ड टर्म फोर्थ टर्म तो साडे कोल फिफ्थ टर्म सारिਆਂ नू सॉल्व करके लिख लिया। हुण जो आंसर आया इन्हां नू कर देंगे ऐड 4 6 प्लस 8 प्लस 0.6 प्लस 0.128 प्लस 0.1248 सॉल्व करके आ गया बच्चे सारे को आंसर 54.8528 54.8528। सो साडी मिसिंग फ्रीकुएंसी जो साडे कोल जो पॉपूलेशन सीगी किन्नी 1895 दे विच इस ईयर दे विच किन्नी पॉपूलेशन होएगी 94.8528 इन्नी एस्टीमेट असीं ने लगाई आ कि साडे कोल पॉपूलेशन होएगी। आई होप सो कि तुहानूं न्यूटन फॉरवर्ड डिफरेंस फॉर्मूला बच्चे क्लीयर होया होएगा। जिथे तक साडा टेबल असीं उत्थे तक इनू एक्सटेंड कर लेना जिवें हुण साडा टेबल 4 तक सी तां फॉर्मूले दे विच असीं 4 तक वैल्यू भरीਆਂ ने जे फॉर्म इत्थे 3 तक ही खत्म हो जांदा तां असीं फॉर्मूला भी कित्थे तक लिखदे 3 तक लिखदे। आई होप यू इंजॉय थैंक यू फॉर वॉचिंग।